ਇਹ ਕਹਿਣ ਦੀ ਲੋੜ ਨਹੀਂ ਕਿ ਸੰਸਾਰੀਕਰਨ ਦੇ ਹੋਰ ਪੱਖ ਬੇਰੋਕ ਜਾਰੀ ਹਨ, ਜਿਵੇਂ ਸਰਹੱਦ ਪਾਰ ਸਰਮਾਏ ਦੀ ਆਵਾਜਾਈ ਜੋ ਭਾਰਤ ਲਈ ਲਾਹੇਵੰਦ ਵੀ ਹੈ ਕਿਉਂਕਿ ਇਹ ਪੂੰਜੀ ਦਾ ਖਾਲਸ ਦਰਮਦਾਰ ਹੈ ਡੰਡੀ। ਇਸ ਦੇ ਨਾਲ ਹੀ ਨਵੀਆਂ ਤਕਨਾਲੋਜੀਆਂ ਦਾ ਅਸਰ ਵੀ ਪੈ ਰਿਹਾ ਹੈ, ਜਿਨ੍ਹਾਂ ਨੇ ਥੋਮਸ ਫਰੀਡਮੈਨ ਦੇ ਪੱਧਰ ਸੰਸਾਰ ਵਣਜ ਦੇ ਮਾਮਲੇ ਵਿੱਚ ਸਭ ਲਈ ਬਰਾਬਰ ਮੌਕੇ ਦੇ ਦਾਅਵੇ ਵਾਲਾ ਰਾਹ ਪੱਧਰਾ ਕੀਤਾ ਹੈ ਡੰਡੀ। ਅੱਜ ਬੰਗਲੌਰ ਵਿੱਚ ਬੈਠਾ ਕੋਈ ਅਕਾਊਂਟੈਂਟ ਬੋਸਟਨ ਬੈਠੇ ਕਿਸੇ ਸ਼ਖਸ ਨੂੰ ਲੱਗਣ ਵਾਲੇ ਟੈਕਸ ਦਾ ਹਿਸਾਬ ਲਾ ਸਕਦਾ ਹੈ ਅਤੇ ਇਸੇ ਤਰ੍ਹਾਂ ਕਲਕੱਤਾ ਵਿੱਚ ਬੈਠਾ ਲੰਡਨ ਵਿਚਲੇ ਕਿਸੇ ਮਰੀਜ਼ ਦੇ ਮੈਡੀਕਲ ਸਕੈਨ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਡੰਡੀ। ਭਾਰਤ ਦੀਆਂ IT ਸੇਵਾਵਾਂ ਦੇ ਇਨਕਲਾਬ ਨੂੰ ਕੋਈ ਖਤਰਾ ਨਹੀਂ ਹੈ ਡੰਡੀ। ਸੰਸਾਰੀਕਰਨ ਦੇ ਦੂਜੇ ਗੇੜ ਦਾ ਮਾਮਲਾ ਕੀ ਹੈ? ਹੁਣ ਇਸ ਦੀ ਹੋਂਦ ਮਹਿਜ ਸਰਕਾਰੀ ਏਜੰਡਿਆਂ ਦੇ ਰੂਪ ਵਿੱਚ ਹੀ ਹੈ ਅਤੇ ਇਹਨਾਂ ਦਾ ਕਾਰੋਬਾਰਾਂ ਦੇ ਮੁਲਕਾਂ ਉੱਤੇ ਕੀ ਤੇ ਕਿਵੇਂ ਅਸਰ ਹੋਵੇਗਾ, ਇਸ ਦਾ ਪਤਾ ਵਕਤ ਬੀਤਣ ਨਾਲ ਹੀ ਲੱਗੇਗਾ ਡੰਡੀ। ਸਰਕਾਰਾਂ ਵੱਲੋਂ ਏਜੰਡੇ ਤੈਅ ਕਰਨ ਦਾ ਰੁਝਾਨ ਭਾਰਤ ਲਈ ਠੀਕ ਨਹੀਂ ਕਿਉਂਕਿ ਇਹ ਹਾਲੇ ਨੇਮ ਬਣਾਉਣ ਵਾਲੇ ਦੀ ਥਾਂ ਨੇਮ ਮੰਨਣ ਵਾਲਾ ਮੁਲਕ ਹੀ ਹੈ ਡੰਡੀ। ਇਸ ਦਾ ਕੋਈ ਵੀ ਨਫਾ ਜਾਂ ਨੁਕਸਾਨ ਮਹਿਜ ਇਤਫਾਕ ਹੋਵੇਗਾ ਡੰਡੀ। ਇਸ ਸਬੰਧ ਵਿੱਚ ਇੱਕ ਮਾਮਲਾ ਨਵਾਂ ਕੌਮਾਂਤਰੀ ਕਰ ਢਾਂਚਾ ਹੈ ਜਿਸ ਨੂੰ ਕਾਇਮ ਕੀਤਾ ਜਾ ਰਿਹਾ ਹੈ ਡੰਡੀ। ਇਸ ਦਾ ਮਕਸਦ ਇਹ ਤੈਅ ਕਰਨਾ ਹੈ ਕਿ ਟੈਕਸ ਦੀ ਇੱਕ ਘੱਟੋ ਘੱਟ ਦਰ ਉਸ ਮੁਲਕ ਵਿੱਚ ਅਦਾ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਮਾਲੀਆ ਪੈਦਾ ਹੋਇਆ ਹੈ ਡੰਡੀ। ਭਾਰਤ ਇਸ ਤੋਂ ਖੁਸ਼ ਹੋ ਸਕਦਾ ਹੈ, ਪਰ ਜਦੋਂ ਇਹ ਢਾਂਚਾ ਅਮਲ ਵਿੱਚ ਆਵੇਗਾ ਤਾਂ ਮੂਲ ਰੂਪ ਵਿੱਚ ਇਸ ਦਾ ਫਾਇਦਾ ਅਮੀਰ ਮੁਲਕਾਂ ਨੂੰ ਹੋਵੇਗਾ ਡੰਡੀ। ਵਾਤਾਵਰਨ ਤਬਦੀਲੀ ਏਜੰਡੇ ਦੇ ਮਾਮਲੇ ਵਿੱਚ ਹਾਲਤ ਹੋਰ ਵੀ ਵਿਲੱਖਣ ਹੈ ਡੰਡੀ। ਭਾਰਤ ਭਾਵੇਂ 2015 ਦੇ ਪੈਰਿਸ ਸਮਝੌਤੇ ਨੂੰ ਬੜੇ ਜੋਸ਼ ਨਾਲ ਲਾਗੂ ਕਰਨ ਵਾਲਾ ਮੁਲਕ ਹੈ, ਪਰ ਇਸ ਨੂੰ ਪੁਰਾਣੇ ਢੰਗ ਤਰੀਕੇ ਜਿਵੇਂ ਕੋਲਾ ਆਧਾਰਿਤ ਊਰਜਾ ਦੀ ਵਰਤੋਂ ਛੱਡ ਕੇ ਨਵੀਆਂ ਤਕਨਾਲੋਜੀਆਂ ਅਪਣਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਇਮਦਾਦ ਮਾਲੀ ਜਾਂ ਤਕਨੀਕੀ ਨਹੀਂ ਹੋਵੇਗੀ ਡੰਡੀ। ਦੂਜੇ ਪਾਸੇ ਉਸੇ ਵਕਤ ਕਾਰਬਨ ਗੈਸਾਂ ਪੈਦਾ ਹੋਣ ਲਈ ਇਤਿਹਾਸਕ ਤੌਰ 'ਤੇ ਵੱਧ ਜ਼ਿੰਮੇਵਾਰ ਮੁਲਕਾਂ ਨੂੰ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਰਨਾ ਪਵੇਗਾ ਡੰਡੀ। ਇਹੀ ਨਹੀਂ ਸਗੋਂ ਵੈਕਸੀਨਾਂ ਦੀ ਕੌਮਾਂਤਰੀ ਸਪਲਾਈ ਲਈ G7 ਮੁਲਕਾਂ ਦੇ ਅਮੀਰ ਸਮੂਹ ਵੱਲੋਂ ਜਿਸ ਗਿਣਤੀ ਲਈ ਹਾਮੀ ਭਰੀ ਗਈ ਹੈ ਉਹ ਗਿਣਤੀ ਵੀ ਮਾਮੂਲੀ ਹੈ, ਜਦਕਿ ਇਸ ਮਾਮਲੇ ਵਿੱਚ ਪੇਟੈਂਟ ਛੋਟ ਲਈ ਭਾਰਤ ਵੱਲੋਂ ਦਿੱਤੇ ਜਾ ਰਹੇ ਜ਼ੋਰ ਵੱਲ ਕਿਸੇ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਡੰਡੀ। ਇਸ ਦੌਰਾਨ ਨਵੇਂ ਸੰਸਾਰੀਕਰਨ ਦੇ ਸਭ ਤੋਂ ਅਹਿਮ ਪੱਖ ਭਾਵ ਸੋਸ਼ਲ ਮੀਡੀਆ ਮੰਚਾਂ ਦੇ ਉਭਾਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਡੰਡੀ। ਇਸ ਖੇਤਰ ਵਿੱਚ ਭਾਰੀ ਦਬਦਬਾ ਰੱਖਣ ਵਾਲੀਆਂ ਵਿਸ਼ਾਲ ਤਕਨਾਲੋਜੀ ਕੰਪਨੀਆਂ ਨੂੰ ਹੁਣ ਤੱਕ ਪੂਰੀ ਤਰ੍ਹਾਂ ਖੁੱਲ੍ਹ ਖੇਡਣ ਦੀ ਛੋਟ ਸੀ, ਪਰ ਹੁਣ ਇਹਨਾਂ ਵਿੱਚ ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੀ ਪ੍ਰਭੂਸੱਤਾ ਖਿਲਾਫ ਰੁਖ ਅਖਤਿਆਰ ਕਰਨ ਦਾ ਰੁਝਾਨ ਵੱਧ ਰਿਹਾ ਹੈ ਡੰਡੀ। ਇਹ ਆਲਮੀ ਕਾਰੋਬਾਰ ਲਈ ਆਲਮੀ ਨਿਯਮ ਤੈਅ ਕਰਨ ਲਈ ਐਨ ਢੁਕਵਾਂ ਮਾਮਲਾ ਹੋ ਸਕਦਾ ਹੈ ਡੰਡੀ। ਤਾਕਤਵਰ ਤਾਨਾਸ਼ਾਹ ਮੁਲਕਾਂ ਦੇ ਹੋ ਰਹੇ ਉਭਾਰ ਨੂੰ ਦੇਖਦਿਆਂ ਇਹ ਸਖਤ ਚੁਣੌਤੀ
ਨਹੀਂ ਬਣ ਸਕਦੀ ਹੈ ਡੰਡੀ। ਇਸ ਲਈ ਇਹ ਗੱਲ ਸਭ ਤੋਂ ਜ਼ਰੂਰੀ ਹੈ ਕਿ ਇਸ ਨਾਲ ਸਿੱਝਿਆ ਜਾਵੇ ਡੰਡੀ। ਕੀ ਤੁਸੀਂ ਜਾਣਦੇ ਹੋ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਵੈਕਸੀਨੇਸ਼ਨ ਨੀਤੀ 'ਚ ਗੜਬੜ ਦੇ ਕਾਰਨ ਉਹਨਾਂ ਨੂੰ ਤੜਫਦੇ ਦੇਖਿਆ ਤਾਂ ਮੈਨੂੰ ਕਿਸ ਦੀ ਯਾਦ ਆਈ? ਪ੍ਰਸ਼ਨ ਚਿੰਨ੍ਹ। ਇੱਕ ਬੇਈਮਾਨ ਚਾਲਬਾਜ਼ ਨੂੰ ਉਸ ਦੀ ਜੇਬ ਕੱਟਣ ਦੀ ਕਲਾ ਤੇ ਨਹੀਂ ਸਗੋਂ ਉਸ ਦੀ ਚਕਮਾ ਦੇਣ ਦੀ ਗੱਲ ਤੇ ਹੈਰਾਨੀ ਹੁੰਦੀ ਹੈ ਡੰਡੀ। ਜਿਸ ਤਰ੍ਹਾਂ ਮੋਦੀ ਨੇ ਤਾਣਾ ਬੁਣਿਆ ਅਤੇ ਡੁਬਕੀ ਲਗਾਈ, ਉਸ ਤੋਂ ਮੈਂ ਉਹਨਾਂ ਦੀ ਯੋਗਤਾ ਨੂੰ ਦੇਖ ਕੇ ਵਾਕਈ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਡੰਡੀ। ਜਿੱਥੇ ਥੋੜ੍ਹਾ ਬਾਕੀ ਸੀ ਉੱਥੇ ਉਹਨਾਂ ਨੇ ਪੂਰੇ ਸਿਰੇ ਦਾ ਦਾਅਵਾ ਕੀਤਾ ਅਤੇ ਜਿੱਥੇ ਤਰਕ ਦੀ ਲੋੜ ਸੀ ਉੱਥੇ ਉਹਨਾਂ ਨੇ ਦੋਸ਼ ਨੂੰ ਨਕਾਰ ਦਿੱਤਾ ਡੰਡੀ। ਚੀਜ਼ਾਂ ਨੂੰ ਅਲੱਗ ਦਿਖਾਉਣ ਦੀ ਕੋਸ਼ਿਸ਼ 'ਚ ਜਿਸ ਨੂੰ ਅਸੀਂ ਸੱਚ ਮੰਨਦੇ ਹਾਂ ਉਹ ਆਪਣੇ ਆਪ 'ਚ ਇੱਕ ਕਲਾ ਹੈ ਡੰਡੀ। ਜੇਕਰ ਅਸੀਂ ਅਸਲੀਅਤ ਬਾਰੇ ਨਹੀਂ ਜਾਣਦੇ ਤਾਂ ਮੋਦੀ ਸ਼ਾਇਦ ਇਸ ਤੋਂ ਦੂਰ ਹੋ ਗਏ ਹਨ ਡੰਡੀ। ਸੱਚਾਈ ਤਿੰਨ ਮਹੱਤਵਪੂਰਨ ਗੱਲਾਂ ਨੂੰ ਲੈ ਕੇ ਹੈ ਜਿਸ ਨੂੰ ਮੋਦੀ ਨੇ ਸੋਮਵਾਰ ਨੂੰ ਯੂ ਟਰਨ ਲੈਂਦੇ ਹੋਏ ਐਲਾਨਿਆ ਡੰਡੀ। ਉਹਨਾਂ ਦੀ ਅਸਲੀ ਨੀਤੀ 45 ਸਾਲ ਦੀ ਉਮਰ ਦੇ ਹੇਠਾਂ ਦੇ ਲੋਕਾਂ ਲਈ ਵੈਕਸੀਨ ਦੀ ਸੀ ਡੰਡੀ। ਸੁਪਰੀਮ ਕੋਰਟ ਨੇ ਇਸ ਨੂੰ ਮਨਮਾਨਾ ਅਤੇ ਤਰਕਹੀਨ ਦੱਸਿਆ ਡੰਡੀ। ਇਹ ਸ਼ਾਇਦ ਇਸ ਤੋਂ ਵੀ ਵੱਧ ਸੀ ਡੰਡੀ। ਤੁਸੀਂ ਇਹ ਵੀ ਤਰਕ ਦੇ ਸਕਦੇ ਸੀ ਕਿ ਇਸ ਨੇ ਸਾਡੇ ਸੰਵਿਧਾਨ ਵੱਲੋਂ ਨਿਰਧਾਰਤ ਕੀਤੇ ਗਏ ਮੂਲ ਅਧਿਕਾਰਾਂ ਨੂੰ ਵੀ ਤੋੜਿਆ ਹੈ ਡੰਡੀ। ਇਹ ਧਾਰਾ 14 ਅਤੇ ਧਾਰਾ 21 ਦੇ ਵਿਰੁੱਧ ਹੈ ਡੰਡੀ। ਇਸ ਲਈ ਮੈਂ ਹੈਰਾਨ ਨਹੀਂ ਹਾਂ ਕਿ ਇਸ ਨੂੰ ਪਲਟ ਦਿੱਤਾ ਗਿਆ ਡੰਡੀ। ਨਹੀਂ ਤਾਂ ਸੁਪਰੀਮ ਕੋਰਟ ਇਸ ਨੂੰ ਕਿਸੇ ਇੱਕ ਸ਼ਕਤੀ ਤੋਂ ਪਰੇ ਕੀਤੀ ਗਈ ਗੱਲ ਦੇ ਤੌਰ ਤੇ ਦੱਸ ਸਕਦੀ ਸੀ ਡੰਡੀ। ਮੋਦੀ ਸਰਕਾਰ ਉਹਨਾਂ ਲੋੜਾਂ ਤੋਂ ਵੀ ਦੂਰ ਹੋ ਗਈ ਜਿਸ ਤਹਿਤ ਸੂਬਿਆਂ ਨੂੰ ਉਸ ਵੈਕਸੀਨ ਨੇ ਕੇਂਦਰ ਨਾਲੋਂ ਵੱਧ ਕੀਮਤ ਅਦਾ ਕਰਨੀ ਚਾਹੀਦੀ ਸੀ ਡੰਡੀ। ਉਹਨਾਂ ਨੇ ਕਦੇ ਵੀ ਵਿਆਖਿਆ ਨਹੀਂ ਕੀਤੀ ਕਿ ਉਹ ਕਿਉਂ 14 ਤੋਂ 44 ਸਾਲ ਦਰਮਿਆਨ ਦੇ ਲੋਕਾਂ ਨੂੰ ਉਹਨਾਂ ਦੀ ਵੈਕਸੀਨ ਲਈ ਕੀਮਤ ਅਦਾ ਕਰਨਾ ਚਾਹੁੰਦੇ ਹਨ ਡੰਡੀ। ਇਸੇ ਲਈ ਮੋਦੀ ਨੇ ਸੂਬਾ ਸਰਕਾਰਾਂ ਨੂੰ ਉੱਚੀਆਂ ਕੀਮਤਾਂ ਨੂੰ ਅਦਾ ਕਰਨ ਲਈ ਕਿਸੇ ਵੀ ਸਮਰਥਨ ਦੀ ਤਜਵੀਜ਼ ਨਹੀਂ ਦਿੱਤੀ ਡੰਡੀ। ਮਨਮਾਨਾ ਅਤੇ ਤਰਕਹੀਨ ਤੋਂ ਵੱਧ ਇਸ ਨੂੰ ਹੋਰ ਜ਼ਿਆਦਾ ਗਲਤ ਸਮਝਿਆ ਗਿਆ ਡੰਡੀ। ਜੇਕਰ ਉਹਨਾਂ ਨੇ ਇਸ ਨੂੰ ਪਲਟਿਆ ਨਾ ਹੁੰਦਾ ਤਾਂ ਮੈਨੂੰ ਕਹਿਣ 'ਚ ਕੋਈ ਝਿਜਕ ਨਾ ਹੁੰਦੀ ਕਿ ਇਸ ਨੇ ਮਾਰ ਹੀ ਸੁੱਟਿਆ ਹੁੰਦਾ ਡੰਡੀ। ਮੋਦੀ ਦਾ ਤੀਸਰਾ ਯੂ ਟਰਨ ਨਿੱਜੀ ਹਸਪਤਾਲਾਂ ਦੇ ਉਹਨਾਂ ਅਧਿਕਾਰਾਂ ਨਾਲ ਸੰਬੰਧਿਤ ਹੈ ਜਿਸ ਤਹਿਤ ਉਹ ਮਰੀਜ਼ਾਂ ਕੋਲੋਂ ਉਸ ਕੀਮਤ ਨੂੰ ਚਾਰਜ ਕਰਨ ਜੋ ਵੈਕਸੀਨ ਲਈ ਇੱਕ ਉਚਿਤ ਫੀਸ ਸਮਝਦੇ ਹਨ ਡੰਡੀ। ਮੋਦੀ ਨੇ 150 ਰੁਪਏ ਵੱਖਰੇ ਜੋੜੇ ਹਨ ਡੰਡੀ। ਇਹ ਗੱਲ ਟੀਕਾ ਲਗਾਉਣ ਵਾਲਿਆਂ ਨੂੰ ਤਾਂ ਖੁਸ਼ ਕਰ ਸਕਦੀ ਹੈ ਪਰ ਟੀਕਾ ਲਗਵਾਉਣ ਵਾਲਿਆਂ ਨੂੰ ਖੁਸ਼ ਨਹੀਂ ਕਰ ਸਕਦੀ ਡੰਡੀ। ਇੱਥੇ ਪੁਰਾਣੀ ਨੀਤੀ ਦਾ ਇੱਕ ਹੋਰ ਪਹਿਲੂ ਹੈ ਜੋ ਜਾਰੀ ਦਿਖਾਈ ਦਿੰਦਾ ਜਾਪਦਾ ਹੈ ਜਿਸ ਤਹਿਤ ਟੀਕਾ ਲਗਵਾਉਣ ਲਈ ਕੋਵਿਨ ਤੇ 44 ਸਾਲ ਦੇ ਹੇਠਾਂ ਦੀ ਉਮਰ ਦੇ ਲੋਕਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲੋੜੀਂਦੀ ਹੈ ਡੰਡੀ। ਕੇਂਦਰੀ ਵਿੱਤ ਮੰਤਰੀ ਵੱਲੋਂ
ਲੀਹੋਂ ਲੱਥੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਲਗਭਗ 1.5 ਲੱਖ ਕਰੋੜ ਰੁਪਏ ਦੇ ਜਾਰੀ ਕੀਤੇ ਪੈਕੇਜ ਬਾਰੇ ਆਰਥਿਕ ਮਾਹਿਰ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਡੰਡੀ ਵਿੱਤ ਮੰਤਰੀ ਨੇ ਛੋਟੇ ਤੇ ਮੱਧਮ ਵਪਾਰੀਆਂ ਅਤੇ ਸਿਹਤ ਤੇ ਸੈਰ ਸਪਾਟਾ ਖੇਤਰਾਂ ਦੀ ਸਰਗਰਮੀ ਵਧਾਉਣ ਲਈ ਨਵੇਂ ਕਰਜ਼ਿਆਂ ਵਾਸਤੇ ਗਰੰਟੀ ਦੇਣ ਦਾ ਐਲਾਨ ਕੀਤਾ ਹੈ। ਡੰਡੀ ਸਰਕਾਰ ਦਾ ਮੰਨਣਾ ਹੈ ਕਿ ਇਸ ਪੈਸੇ ਨਾਲ ਕਾਰੋਬਾਰ ਚੱਲਣਗੇ ਅਤੇ ਉਸ ਦੇ ਨਾਲ ਹੀ ਰੁਜ਼ਗਾਰ ਪੈਦਾ ਹੋਣ ਅਤੇ ਆਰਥਿਕਤਾ ਦੀ ਮਜ਼ਬੂਤੀ ਦਾ ਆਧਾਰ ਤਿਆਰ ਹੋਵੇਗਾ। ਡੰਡੀ ਇਸ ਤੋਂ ਪਹਿਲਾਂ ਸਰਕਾਰ ਨੇ ਪਿਛਲੇ ਸਾਲ ਕਰੋਨਾ ਨਾਲ ਆਈ ਆਰਥਿਕ ਗਿਰਾਵਟ ਦੀ ਦਰੁਸਤੀ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਡੰਡੀ ਇਸ ਸਭ ਦੇ ਬਾਵਜੂਦ ਅਜੇ ਤੱਕ ਕੁੱਲ ਘਰੇਲੂ ਪੈਦਾਵਾਰ ਵਿੱਚ ਵਾਧਾ ਅਤੇ ਬੇਰੁਜ਼ਗਾਰੀ ਵਰਗੇ ਮਸਲੇ ਹੱਲ ਹੋਣ ਦੀ ਉਮੀਦ ਦਿਖਾਈ ਨਹੀਂ ਦਿੱਤੀ। ਡੰਡੀ ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਸਪਲਾਈ ਪੱਖ ਉੱਤੇ ਜ਼ੋਰ ਦੇ ਰਹੀ ਹੈ, ਜਦ ਕਿ ਦੇਸ਼ ਮੰਗ ਦੀ ਕਮੀ ਦੇ ਸੰਕਟ ਨਾਲ ਜੂਝ ਰਿਹਾ ਹੈ। ਭਾਵ ਲੋਕਾਂ ਕੋਲ ਵਸਤਾਂ ਦੀ ਖਰੀਦ ਕਰਨ ਦੀ ਸਮਰੱਥਾ ਨਹੀਂ ਹੈ, ਜਿਸ ਕਾਰਨ ਮੰਡੀ ਬਾਜ਼ਾਰ ਵਿੱਚ ਮੰਗ ਪੈਦਾ ਨਹੀਂ ਹੋ ਰਹੀ ਅਤੇ ਨਤੀਜੇ ਵਜੋਂ ਸਨਅਤਾਂ ਤੇ ਕਾਰੋਬਾਰ ਨਹੀਂ ਚੱਲ ਰਹੇ। ਡੰਡੀ ਪੈਰਾ 2 ਮਹੀਨਿਆਂ ਦੀ ਮੁਕੰਮਲ ਤਾਲਾਬੰਦੀ ਅਤੇ ਇਸ ਸਾਲ ਅੰਸ਼ਕ ਪਾਬੰਦੀਆਂ ਨਾਲ ਕਾਰੋਬਾਰਾਂ ਉੱਤੇ ਬੁਰਾ ਅਸਰ ਪਿਆ ਸੀ। ਡੰਡੀ ਸਨਅਤਾਂ, ਕਾਰੋਬਾਰ ਅਤੇ ਵਪਾਰ ਬੰਦ ਹੋਣ ਕਾਰਨ ਬੇਰੁਜ਼ਗਾਰੀ ਵਧੀ ਹੈ। ਡੰਡੀ ਕਰੋਨਾ ਦੀ ਦੂਸਰੀ ਅਤੇ ਤੀਸਰੀ ਲਹਿਰ ਦੀਆਂ ਸੂਚਨਾਵਾਂ ਦੇ ਕਾਰਨ ਪੈਦਾ ਹੋਏ ਡਰ ਅਤੇ ਸਹਿਮ ਦੇ ਮਾਹੌਲ ਨੇ ਲੋਕਾਂ ਅੰਦਰ ਖਰਚ ਕਰਨ ਮੌਕੇ ਹੱਥ ਘੁੱਟ ਲੈਣ ਦੀ ਮਾਨਸਿਕਤਾ ਪੈਦਾ ਕੀਤੀ ਹੈ। ਡੰਡੀ ਸਭ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਾਰੋਬਾਰ ਬਹੁਤ ਦੇਰ ਤੱਕ ਆਪਣੀ ਪਹਿਲੀ ਹਾਲਤ ਵਿੱਚ ਨਹੀਂ ਆ ਸਕਣਗੇ। ਡੰਡੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੱਕ ਸਰਵੇਖਣ ਅਨੁਸਾਰ ਇਸੇ ਸਾਲ ਖਪਤਕਾਰਾਂ ਦੇ ਪੈਸੇ ਖਰਚ ਕਰਨ ਦਾ ਰੁਝਾਨ ਬਹੁਤ ਘਟਿਆ ਹੋਇਆ ਹੈ। ਡੰਡੀ ਪੈਰਾ ਵਿਕਾਸ ਦੀ ਦਰ ਵਿੱਚ ਕਮੀ ਅਤੇ ਬੇਰੁਜ਼ਗਾਰੀ ਦੀ ਦਰ 12% ਤੱਕ ਵੱਧ ਚੁੱਕੀ ਹੈ। ਡੰਡੀ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਸਾਲ 2020 ਦੌਰਾਨ ਬੇਰੁਜ਼ਗਾਰ ਹੋਏ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਮਗਨਰੇਗਾ ਵਿੱਚ 40,000 ਕਰੋੜ ਰੁਪਏ ਵਾਧੂ ਦਿੱਤਾ ਸੀ। ਡੰਡੀ ਇਸ ਤਰ੍ਹਾਂ ਪਿਛਲੇ ਵਿੱਤੀ ਸਾਲ ਵਿੱਚ ਮਗਨਰੇਗਾ ਵਿੱਚ 1,10,000 ਕਰੋੜ ਰੁਪਏ ਤੱਕ ਖਰਚ ਹੋ ਗਿਆ ਸੀ। ਡੰਡੀ ਚਾਲੂ ਵਿੱਤੀ ਸਾਲ ਦੌਰਾਨ ਇਸ ਸਕੀਮ ਲਈ 73,000 ਕਰੋੜ ਰੁਪਏ ਹੀ ਰੱਖੇ ਹਨ। ਡੰਡੀ ਵਿਕਾਸ ਮੁਖੀ ਅਰਥ ਸ਼ਾਸਤਰ ਨਾਲ ਜੁੜੇ ਜਾਂ ਦਰੇਜ ਵਰਗੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਮੰਗ ਵਧਾਉਣ ਵਾਸਤੇ ਗਰੀਬ ਤਬਕੇ ਦੇ ਲੋਕਾਂ ਨੂੰ ਸਿੱਧੀ ਨਗਦ ਸਹਾਇਤਾ ਕਰਨ ਦੀ ਲੋੜ ਹੈ। ਡੰਡੀ ਇਸ ਨਾਲ ਅਰਥ ਵਿਵਸਥਾ ਦੀ ਗੱਡੀ ਲੀਹ 'ਤੇ ਲਿਆਉਣ ਵਿੱਚ ਸਹਾਇਤਾ ਮਿਲੇਗੀ। ਡੰਡੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਰੋਨਾ ਦੌਰਾਨ ਵੀ ਵੱਡਾ ਮੁਨਾਫਾ
ਹੋਇਆ ਹੈ। ਡੈਂਡੀ ਅਜਿਹੇ ਘਰਾਣਿਆਂ ਤੋਂ ਵਿਸ਼ੇਸ਼ ਟੈਕਸ ਵਸੂਲੀ ਰਾਹੀਂ ਮਾਲੀਆ ਇਕੱਠਾ ਕਰਨ ਦੀ ਨੀਤੀ ਇਸ ਸੰਕਟਮਈ ਹਾਲਾਤ ਵਿੱਚੋਂ ਕੱਢਣ ਲਈ ਸਹਾਈ ਹੋ ਸਕਦੀ ਹੈ। ਡੈਂਡੀ ਸਰਕਾਰ ਨੂੰ ਅਜਿਹੇ ਮਾਹਿਰਾਂ ਦੇ ਸੁਝਾਵਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਡੰਡੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਨਾਲ ਵੱਖ-ਵੱਖ ਪਾਰਟੀਆਂ ਨੇ ਲੋਕ ਲੁਭਾਊ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਡੈਂਡੀ ਇਹਨਾਂ ਵਿੱਚ ਲੋਕਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਫਤ ਫਰੀ ਦੇਣ ਦੇ ਦਾਅਵੇ ਸਭ ਦਾ ਧਿਆਨ ਖਿੱਚ ਰਹੇ ਹਨ। ਡੈਂਡੀ ਕੋਈ ਬਿਜਲੀ ਦੇ ਕੁਝ ਯੂਨਿਟ ਮੁਫਤ ਦੇਣ ਦੀ ਗੱਲ ਕਰ ਰਿਹਾ ਹੈ, ਕੋਈ ਪਾਣੀ ਦੇਣ ਦੀਆਂ ਤੇ ਕੋਈ ਬੱਸ ਸੇਵਾਵਾਂ। ਡੈਂਡੀ ਲੋਕ ਅਜਿਹੇ ਵਾਅਦਿਆਂ ਤੋਂ ਪ੍ਰਭਾਵਿਤ ਹੋ ਕੇ ਸਿਆਸੀ ਪਾਰਟੀਆਂ ਨੂੰ ਵੋਟਾਂ ਵੀ ਦਿੰਦੇ ਹਨ। ਡੈਂਡੀ ਅਜਿਹੀਆਂ ਸੇਵਾਵਾਂ ਘੱਟ ਸਾਧਨਾਂ ਵਾਲੇ ਲੋਕਾਂ ਨੂੰ ਰਿਆਇਤੀ ਦਰ ਜਾਂ ਮੁਫਤ ਦੇਣ ਵਿੱਚ ਕੁਝ ਨਿਆਂਪੂਰਤਾ ਹੋ ਸਕਦੀ ਹੈ, ਪਰ ਸਭ ਨੂੰ ਅਜਿਹੀਆਂ ਸੇਵਾਵਾਂ ਮੁਫਤ ਦੇਣ ਦੀ ਵਾਜਬੀਅਤ ਬਾਰੇ ਸਵਾਲ ਉਠਾਏ ਜਾਣੇ ਲਾਜ਼ਮੀ ਹਨ। ਡੈਂਡੀ ਸਾਨੂੰ ਇਸ ਮਾਨਸਿਕਤਾ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ ਕਿ ਕੋਈ ਵਸਤ ਜਾਂ ਸੇਵਾ ਮੁਫਤ ਹੋ ਸਕਦੀ ਹੈ। ਡੈਂਡੀ ਹਰ ਵਸਤ ਜਾਂ ਸੇਵਾ ਲਈ ਪੈਸਾ ਖਰਚ ਹੁੰਦਾ ਹੈ ਅਤੇ ਉਹ ਪੈਸਾ ਲੋਕਾਂ ਤੋਂ ਹੀ ਟੈਕਸਾਂ ਰਾਹੀਂ ਉਗਰਾਹਿਆ ਜਾਂਦਾ ਹੈ। ਕੁਝ ਸਿੱਧੇ ਤੌਰ 'ਤੇ ਲਾਏ ਜਾਂਦੇ ਟੈਕਸਾਂ ਰਾਹੀਂ ਅਤੇ ਜ਼ਿਆਦਾ ਅਸਿੱਧੇ ਤੌਰ 'ਤੇ ਲਾਏ ਜਾਂਦੇ ਟੈਕਸਾਂ ਰਾਹੀਂ। ਡੈਂਡੀ ਜੇ ਕਿਸੇ ਸੂਬੇ ਦੀ ਸਰਕਾਰ ਕੋਈ ਸੇਵਾ, ਉਦਾਹਰਣ ਦੇ ਤੌਰ 'ਤੇ ਬਿਜਲੀ ਲੋਕਾਂ ਲਈ ਮੁਫਤ ਕਰ ਦੇਵੇ ਤਾਂ ਨਿਸ਼ਚੇ ਹੀ ਉਸ ਦੇ ਖਜ਼ਾਨੇ ਵਿੱਚ ਬਿਜਲੀ ਕੰਪਨੀਆਂ ਨੂੰ ਦੇਣ ਲਈ ਪੈਸਾ ਚਾਹੀਦਾ ਹੈ। ਡੈਂਡੀ ਅੱਜ ਕੱਲ੍ਹ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਾਰਾ ਜ਼ੋਰ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਅਤੇ ਸੈਸ ਲਗਾਉਣ 'ਤੇ ਲੱਗਿਆ ਹੋਇਆ ਹੈ। ਡੈਂਡੀ ਇਸ ਲਈ ਜੇ ਪੈਟਰੋਲ ਅਤੇ ਡੀਜ਼ਲ 2-4-5 ਰੁਪਏ ਮਹਿੰਗਾ ਕਰਕੇ ਕੋਈ ਸੇਵਾ ਦਿੱਤੀ ਜਾਵੇ ਤਾਂ ਪੈਸਾ ਤਾਂ ਆਖਰ ਲੋਕਾਂ ਦੀ ਜੇਬ 'ਚੋਂ ਹੀ ਜਾਣਾ ਹੈ। ਡੈਂਡੀ ਜਦ ਪੈਟਰੋਲ ਡੀਜ਼ਲ 'ਤੇ ਟੈਕਸ ਵੱਧਦਾ ਹੈ ਤਾਂ ਵਸਤਾਂ ਮਹਿੰਗੀਆਂ ਹੁੰਦੀਆਂ ਹਨ। ਡੈਂਡੀ ਅਸਿੱਧੇ ਤੌਰ 'ਤੇ ਲਾਏ ਜਾਂਦੇ ਟੈਕਸਾਂ ਦਾ ਪ੍ਰਭਾਵ ਹਰ ਵਰਗ ਦੇ ਲੋਕਾਂ 'ਤੇ ਬਰਾਬਰ ਪੈਂਦਾ ਹੈ, ਭਾਵ ਗਰੀਬ ਆਦਮੀ ਵੀ ਉਹੀ ਟੈਕਸ ਦਿੰਦਾ ਹੈ ਜੋ ਅਮੀਰ ਆਦਮੀ। ਡੈਂਡੀ ਇਸ ਤਰ੍ਹਾਂ ਮੁਫਤ ਸੇਵਾਵਾਂ ਜਾਂ ਵਸਤਾਂ ਦੇਣ ਦੇ ਵਾਅਦੇ ਇੱਕ ਤਰ੍ਹਾਂ ਦਾ ਸਿਆਸੀ ਛਲਾਵਾ ਹਨ। ਡੈਂਡੀ ਪਹਿਰਾ ਲੋਕਾਂ ਨੂੰ ਸਿਆਸੀ ਪਾਰਟੀਆਂ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਦਾ ਪੰਜਾਬ ਦੇ ਭਵਿੱਖ ਲਈ ਸਿਆਸੀ ਤੇ ਆਰਥਿਕ ਏਜੰਡਾ ਕੀ ਹੈ। ਡੈਂਡੀ ਉਹ ਬੇਰੁਜ਼ਗਾਰੀ ਅਤੇ ਵਿੱਦਿਆ, ਸਿਹਤ, ਖੇਤੀ, ਵਾਤਾਵਰਨ, ਬੁਨਿਆਦੀ ਢਾਂਚੇ ਦੇ ਹੋਰ ਖੇਤਰਾਂ ਵਿਚਲੀਆਂ ਸਮੱਸਿਆਵਾਂ ਕਿਵੇਂ ਹੱਲ ਕਰਨਗੀਆਂ। ਡੈਂਡੀ ਜਦ ਰੁਜ਼ਗਾਰ ਨਹੀਂ ਹੈ ਤਾਂ ਮੁਫਤ ਬਿਜਲੀ, ਪਾਣੀ ਜਾਂ ਕਿਸੇ ਹੋਰ ਸੇਵਾ ਦੇ ਮੁਫਤ ਹੋਣ ਦੇ ਕੀ ਅਰਥ ਰਹਿ ਜਾਂਦੇ ਹਨ। ਡੈਂਡੀ ਪੰਜਾਬ ਦਾ ਦੁਖਾਂਤ ਇਹ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਦੀ ਲੋਕਾਂ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ ਬਹੁਤ ਘੱਟ ਹੈ। ਡੈਂਡੀ ਸਾਰੀ ਸਿਆਸਤ
ਪਰਿਵਾਰਵਾਦ ਅਤੇ ਆਗੂਆਂ ਦੁਆਰਾ ਦੌਲਤ ਅਤੇ ਤਾਕਤ ਹਥਿਆਉਣ ਦੀਆਂ ਧੁਰੀਆਂ ਦੇ ਆਲੇ ਦੁਆਲੇ ਘੁੰਮਦੀ ਹੈ। ਡੈਂਡੀ ਕਿਸਾਨ ਅੰਦੋਲਨ ਦੇ ਪੰਜਾਬ ਨੂੰ ਉਰਜਿਤ ਕਰਨ ਦੇ ਬਾਵਜੂਦ ਸਿਆਸੀ ਪਾਰਟੀਆਂ ਦੀ ਕਿਸਾਨ ਅੰਦੋਲਨ ਨੂੰ ਹਮਾਇਤ ਬਿਆਨਾਂ ਤੱਕ ਸੀਮਤ ਹੈ। ਡੈਂਡੀ ਸੰਸਾਰੀਕਰਨ ਭਾਵ ਵਸਤਾਂ, ਧਨ, ਲੋਕਾਂ ਆਦਿ ਦਾ ਆਜ਼ਾਦੀ ਨਾਲ ਇੱਧਰ ਉੱਧਰ ਜਾਣਾ ਦੀਆਂ ਕੁਝ ਰਵਾਇਤੀ ਕਿਸਮਾਂ ਹੁਣ ਅੰਸ਼ਿਕ ਤੌਰ 'ਤੇ ਖਾਤਮੇ ਵੱਲ ਵਧ ਰਹੀਆਂ ਹਨ, ਪਰ ਜਿਉਂ-ਜਿਉਂ ਨਵੇਂ ਏਜੰਡੇ ਕੇਂਦਰ ਵਿੱਚ ਆ ਰਹੇ ਹਨ ਤਾਂ ਸੰਸਾਰੀਕਰਨ ਵੀ ਆਪਣਾ ਰੂਪ ਬਦਲ ਰਿਹਾ ਹੈ। ਡੈਂਡੀ ਇਸ ਦੇ ਨਵੇਂ ਰੂਪ ਹੁਣ ਆਪਣੀ ਕਾਰਵਾਈ ਵਾਤਾਵਰਨ ਤਬਦੀਲੀ ਕਾਬੂ ਕਰਨ, ਆਲਮੀ ਕੰਪਨੀਆਂ ਦਾ ਕਰ ਢਾਂਚਾ ਦਹਿਸ਼ਤਗਰਦੀ ਨਾਲ ਸਿੱਝਣਾ, ਵੈਕਸੀਨਾਂ ਦਾ ਵਟਾਂਦਰਾ ਆਦਿ ਵਰਗੇ ਮਾਮਲਿਆਂ ਵਿੱਚ ਕਰਦੇ ਹਨ। ਡੈਂਡੀ ਅਜੋਕੇ ਵਧੇਰੇ ਏਕੀਕ੍ਰਿਤ ਸੰਸਾਰ ਵਿੱਚ ਸਰਹੱਦ ਪਾਰਲੀਆਂ ਸਮੱਸਿਆਵਾਂ ਮੁਲਕ ਨੂੰ ਕਰੀਬ ਆਉਣ ਲਈ ਮਜਬੂਰ ਕਰਦੀਆਂ ਹਨ। ਭਾਵੇਂ ਰਵਾਇਤੀ ਸੰਸਾਰੀਕਰਨ ਦੇ ਤੱਤਾਂ ਦੀ ਪਕੜ ਢਿੱਲੀ ਪੈ ਰਹੀ ਹੈ, ਡੈਂਡੀ ਪੁਰਾਣਾ ਸੰਸਾਰੀਕਰਨ ਲਾਜ਼ਮੀ ਤੌਰ 'ਤੇ ਭਾਰਤ ਲਈ ਚੰਗਾ ਸੀ, ਪਰ ਨਵਾਂ ਸੰਸਾਰੀਕਰਨ ਚੰਗੀਆਂ ਅਤੇ ਮਾੜੀਆਂ ਖਬਰਾਂ ਦਾ ਮਿਸ਼ਰਣ ਹੋ ਸਕਦਾ ਹੈ। ਡੈਂਡੀ ਮਿਸਾਲ ਵਜੋਂ ਆਲਮੀ ਵਪਾਰ ਨੇ ਆਲਮੀ GDP ਕੁੱਲ ਘਰੇਲੂ ਪੈਦਾਵਾਰ ਨਾਲੋਂ ਘੱਟ ਰਫ਼ਤਾਰ ਨਾਲ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਲੰਮੇ ਸਮੇਂ ਤੋਂ ਜਾਰੀ ਰੁਝਾਨ ਨੂੰ ਉਲਟਾ ਦਿੱਤਾ ਹੈ। ਡੈਂਡੀ ਪਿਛਲੇ 7 ਸਾਲਾਂ ਵਿੱਚੋਂ ਮਹਿਜ਼ ਇੱਕ ਵਰ੍ਹੇ ਦੌਰਾਨ ਹੀ ਆਲਮੀ ਵਪਾਰ ਦੀ ਵਿਕਾਸ ਦਰ ਆਲਮੀ ਅਰਥਚਾਰੇ ਨਾਲੋਂ ਜ਼ਿਆਦਾ ਰਹੀ ਹੈ। ਡੈਂਡੀ ਆਲਮੀ ਵਪਾਰ ਨਾਲ 2019 ਦੌਰਾਨ ਇੱਕ ਦਹਾਕੇ ਵਿੱਚ ਪਹਿਲੀ ਵਾਰ ਪੂਰਨ ਰੂਪ ਵਿੱਚ ਸੁੰਗੜਿਆ ਅਤੇ ਫਿਰ 2020 ਵਿੱਚ ਵੀ ਆਲਮੀ ਮਹਾਂਮਾਰੀ ਕਾਰਨ ਅਜਿਹਾ ਹੀ ਹੋਇਆ। ਡੈਂਡੀ ਭਾਰਤ ਸਮੇਤ ਵੱਖ-ਵੱਖ ਮੁਲਕਾਂ ਵਿੱਚ ਸੁਰੱਖਿਆਵਾਦੀ ਕੰਧਾਂ ਉੱਚੀਆਂ ਉੱਠਦੀਆਂ ਜਾ ਰਹੀਆਂ ਹਨ। ਡੈਂਡੀ ਫਿਰ ਲੋਕਾਂ ਦੇ ਇੱਕ ਤੋਂ ਦੂਜੇ ਮੁਲਕ ਵਿੱਚ ਆਜ਼ਾਦੀ ਨਾਲ ਆਉਣ ਜਾਣ ਵੱਲ ਨਜ਼ਰ ਮਾਰੋ। ਡੈਂਡੀ ਯੂਰਪ ਅਤੇ ਅਮਰੀਕਾ ਵਿੱਚ ਸਾਰੇ ਸੰਸਾਰ ਦੇ ਪ੍ਰਵਾਸੀਆਂ ਦਾ ਅੱਧਾ ਹਿੱਸਾ ਰਹਿੰਦਾ ਹੈ, ਪਰ ਹੁਣ ਇਹਨਾਂ ਦੀ ਗਿਣਤੀ ਘਟੀ ਹੈ, ਭਾਵੇਂ ਮਾਮੂਲੀ ਹੀ ਸਹੀ। ਡੈਂਡੀ ਬ੍ਰੈਗਜ਼ਿਟ ਅਤੇ ਡੋਨਾਲਡ ਟਰੰਪ ਦੀਆਂ ਨੀਤੀਆਂ ਨੇ ਇਮੀਗ੍ਰੇਸ਼ਨ ਢਾਂਚੇ ਵਿੱਚ ਵੱਧ ਤੋਂ ਵੱਧ ਨਰਮਾਈ ਆਉਂਦੇ ਜਾਣ ਦੇ 70 ਸਾਲਾਂ ਤੋਂ ਜਾਰੀ ਰੁਝਾਨਾਂ ਨੂੰ ਉਲਟਾ ਦੇਣ ਦੇ ਸੰਕੇਤ ਦਿੱਤੇ ਹਨ। ਡੈਂਡੀ ਪੱਛਮੀ ਏਸ਼ੀਆ ਨਾਲ ਸੰਬੰਧਿਤ ਕੁਝ ਮੁਲਕਾਂ ਨੇ ਵੀ ਵੀਜ਼ਾ ਨੀਤੀਆਂ ਵਿੱਚ ਸਖਤਾਈ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਡੈਂਡੀ ਜੇ ਇਹ ਨਵੇਂ ਰੁਝਾਨ ਜਾਰੀ ਰਹਿੰਦੇ ਹਨ ਤਾਂ ਏਸ਼ੀਆ ਲਈ ਨੁਕਸਾਨ ਵਾਲੀ ਗੱਲ ਹੋਵੇਗੀ। ਡੈਂਡੀ ਏਸ਼ੀਆ ਪ੍ਰਵਾਸੀਆਂ ਦਾ ਆਲਮੀ ਪੱਧਰ 'ਤੇ ਅੱਵਲ ਦਰਜਾ ਸਰੋਤ ਹੈ ਅਤੇ ਇਸ ਕਾਰਨ ਇਹ ਪ੍ਰਵਾਸੀਆਂ ਵੱਲੋਂ ਵਾਪਸ ਆਪਣੇ ਮੁਲਕਾਂ ਨੂੰ ਆਪਣੀ ਕਮਾਈ ਵਿੱਚੋਂ ਭੇਜੀਆਂ ਜਾਣ ਵਾਲੀਆਂ ਰਕਮਾਂ ਹਾਸਲ ਕਰਨ ਦੇ ਮਾਮਲੇ ਵਿੱਚ ਵੀ ਮੋਹਰੀ ਹੈ। ਡੈਂਡੀ ਦੂਜੇ ਪਾਸੇ ਮੁਕਤ ਆਲਮੀ ਵਪਾਰ ਨੇ ਬੀਤੇ 3 ਦਹਾਕਿਆਂ ਦੌਰਾਨ ਭਾਰਤ ਨੂੰ ਭਾਰੀ
ਲਾਭ ਪਹੁੰਚਾਇਆ ਹੈ। ਡੰਡੀ ਇਸ ਮਾਮਲੇ ਵਿੱਚ ਅਗਾਂਹ ਇਸ ਕਾਰਨ ਹੋਰ ਉਮੀਦ ਵੱਧਦੀ ਹੈ ਕਿਉਂਕਿ ਬਹੁਤ ਸਾਰੇ ਮੁਲਕ ਚੀਨ ਉੱਤੇ ਆਪਣੀ ਨਿਰਭਰਤਾ ਘਟਾਉਣੀ ਚਾਹੁੰਦੇ ਹਨ, ਜੋ ਮਾਲ ਤਿਆਰ ਕਰਨ ਅਤੇ ਵਪਾਰ ਕਰਨ ਦੇ ਮਾਮਲੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣ ਚੁੱਕਾ ਹੈ। ਡੰਡੀ ਭਾਰਤ ਇਸ ਮੌਕੇ ਦਾ ਫਾਇਦਾ ਉਠਾ ਸਕਦਾ ਹੈ, ਪਰ ਹੋਰ ਮੁਲਕਾਂ ਨੇ ਪਹਿਲ ਕਦਮੀ ਕਰਕੇ ਲਾਹਾ ਲੈ ਲਿਆ ਹੈ। ਡੰਡੀ ਇਹ ਕਿਸਾਨ ਅੰਦੋਲਨ ਬਹੁਤ ਮਹੱਤਵਪੂਰਨ ਵਿਰੋਧ ਅੰਦੋਲਨ ਹੈ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਤਸ਼ੱਦਦ, ਹਿੰਸਾ ਅਤੇ ਮੀਡੀਆ ਦੇ ਹਰ ਤਰ੍ਹਾਂ ਦੇ ਹਮਲਿਆਂ ਦੇ ਬਾਵਜੂਦ ਉਹਨਾਂ ਕਿਸਾਨ ਨੇ ਇਸ ਨੂੰ ਜਾਰੀ ਰੱਖਿਆ ਹੈ। ਉਹ ਉੱਥੇ ਰਹਿ ਰਹੇ ਹਨ। ਉਹ ਕਿਸਾਨੀ ਭਾਈਚਾਰੇ ਦੇ ਹੱਕਾਂ ਵਾਸਤੇ ਹੀ ਨਹੀਂ ਲੜ ਰਹੇ, ਸਗੋਂ ਇਸ ਲਈ ਵੀ ਲੜ ਰਹੇ ਨੇ ਕਿ ਭਾਰਤ ਆਪਣੇ ਨਾਗਰਿਕਾਂ ਦੇ ਹੱਕਾਂ ਅਤੇ ਭਲਾਈ ਦੀ ਫਿਕਰ ਕਰਨ ਵਾਲਾ ਸਮਾਜ ਬਣਿਆ ਰਹੇ। ਡੰਡੀ ਭਾਵ ਦਿੱਲੀ ਦੀਆਂ ਬਰੂਹਾਂ 'ਤੇ 7 ਮਹੀਨਿਆਂ ਤੋਂ ਬੈਠੇ ਕਿਸਾਨ ਆਪਣੇ ਹੱਕਾਂ ਵਾਸਤੇ ਲੜਨ ਦੇ ਨਾਲ ਨਾਲ ਅਜਿਹੀ ਲੜਾਈ ਲੜ ਰਹੇ ਹਨ ਜਿਸ ਦਾ ਮਕਸਦ ਇਹ ਹੈ ਕਿ ਭਾਰਤ ਸੱਭਿਆ ਸਮਾਜ ਰਹਿ ਸਕੇ। ਡੰਡੀ ਇਹ ਸ਼ਬਦ 93 ਸਾਲਾਂ ਦੇ ਅਮਰੀਕਨ ਬਜ਼ੁਰਗ ਵਿਦਵਾਨ ਨੋਮ ਚੋਮਸਕੀ ਦੇ ਹਨ, ਜਿਸ ਨੇ ਪਿਛਲੇ 60 ਸਾਲਾਂ ਤੋਂ ਲਗਾਤਾਰ ਅਮਰੀਕੀ ਹਕੂਮਤ ਅਤੇ ਦੁਨੀਆ ਦੀਆਂ ਤਾਨਾਸ਼ਾਹ ਤਾਕਤਾਂ ਨੂੰ ਚੁਣੌਤੀ ਦਿੱਤੀ ਹੈ, ਜਿਹੜਾ ਅਮਰੀਕਾ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦਾ ਰਿਹਾ ਹੈ, ਜਿਸ ਨੇ ਭਾਸ਼ਾ ਵਿਗਿਆਨ ਵਿੱਚ ਯੁੱਗ ਪਲਟਾਊ ਖੋਜਾਂ ਕੀਤੀਆਂ ਹਨ। ਉਸ ਦੀਆਂ ਖੋਜਾਂ ਕੰਪਿਊਟਰ ਵਿਗਿਆਨ ਵਿੱਚ ਵੀ ਵਰਤੀਆਂ ਗਈਆਂ ਹਨ। ਡੰਡੀ ਵੀਅਤਨਾਮ ਦੀ ਜੰਗ ਦਾ ਵਿਰੋਧ ਕਰਨ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਜੇਲ੍ਹਾਂ ਵਿੱਚ ਸੁੱਟਿਆ ਗਿਆ। ਡੰਡੀ ਇਹ ਸ਼ਬਦ ਉਸ ਨੇ ਵੇਦਬਸਤ ਪਲਾਈਨ ਨਾਲ ਵੀਡੀਓ ਮੁਲਾਕਾਤ ਵਿੱਚ ਕਹੇ, ਜਿਹੜੀ ਖਬਰਾਂ ਦੇਣ ਵਾਲੀ ਪੋਰਟਲ ਦਾ ਵਾਇਰ 'ਤੇ ਪ੍ਰਸਾਰਿਤ ਕੀਤੀ ਗਈ। ਡੰਡੀ ਵੇਦਬ੍ਰਤ ਪਾਈਨ ਉੱਘਾ ਵਿਗਿਆਨੀ ਅਤੇ ਫਿਲਮਸਾਜ਼ ਹੈ। ਡੰਡੀ ਉਸ ਨੇ ਆਜ਼ਾਦੀ ਸੰਘਰਸ਼ ਦੇ ਬਹੁਤ ਸਜੀਵ ਕਾਢ, ਜਿਸ ਨੂੰ ਚਿਟਾਗਾਂਗ ਹੁਣ ਬੰਗਲਾਦੇਸ਼ ਵਿੱਚ ਦੇ ਅਸਲਾਖਾਨੇ 'ਤੇ ਹਮਲੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਅਤੇ ਫਿਲਮ ਬਣਾਈ ਸੀ। ਡੰਡੀ 1930 ਵਿੱਚ ਮਸ਼ਹੂਰ ਇਨਕਲਾਬੀ ਆਗੂਆਂ ਸੂਰਿਆ ਸੇਨ ਅਤੇ ਤਰਕਵੇਸ਼ਵਰ ਦਸਤੀਦਾਰ ਨੂੰ ਅਗਵਾਈ ਹੇਠ ਦੇਸ਼ ਭਗਤਾਂ ਦੇ ਟੋਲੇ ਨੇ ਅੰਗਰੇਜ਼ਾਂ ਦੇ ਚਿਟਾਗਾਂਗ ਦੇ ਅਸਲਖਾਨੇ 'ਤੇ ਹਮਲਾ ਕੀਤਾ ਸੀ। ਡੰਡੀ ਇਸ ਤੋਂ ਪਹਿਲਾਂ ਵੀ ਸਾਡੇ ਆਪਣੇ ਦੇਸ਼ ਅਤੇ ਪੱਛਮੀ ਦੇਸ਼ਾਂ ਦੀ ਕੌਮਾਂਤਰੀ ਪ੍ਰਸਿੱਧੀ ਵਾਲੇ ਵਿਦਵਾਨਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਉਠਾਈ, ਪਰ ਨੋਮ ਚੋਮਸਕੀ ਉਹਨਾਂ 'ਚੋਂ ਨਿਵੇਕਲਾ ਹੈ। ਡੰਡੀ ਉਸ ਨੇ ਅਮਰੀਕਾ ਦੀ ਸਰਕਾਰ ਅਤੇ ਸਥਾਪਤੀ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲਗਾਤਾਰ ਆਡਾ ਲਾਇਆ ਹੈ। ਡੰਡੀ ਸਾਡੀ ਪੀੜ੍ਹੀ ਨੇ ਉਸ ਨੂੰ 1970ਵਿਆਂ ਅਤੇ 1980ਵਿਆਂ ਵਿੱਚ ਪੜ੍ਹਿਆ, ਜਦ ਮਨੋਵਿਗਿਆਨ ਪੜ੍ਹਦਿਆਂ ਇਹ ਲੜਾਈ ਕਰਨੀ ਪੈਂਦੀ ਸੀ ਕਿ ਮਨੁੱਖ ਅਤੇ ਭਾਸ਼ਾ ਵਿਚਲੇ ਰਿਸ਼ਤੇ ਦੀ ਨੋਅਤ ਕਿਹੋ ਜਿਹੀ ਹੈ। ਡੰਡੀ
ਚੌਮਸਕੀ ਅਨੁਸਾਰ ਮਨੁੱਖੀ ਵਿਕਾਸ ਦੌਰਾਨ ਮਨੁੱਖੀ ਦਿਮਾਗ ਵਿੱਚ ਭਾਸ਼ਾ ਗ੍ਰਹਿਣ ਕਰਨ ਲਈ ਖਾਸ ਤਰ੍ਹਾਂ ਦੀਆਂ ਬਣਤਰਾਂ ਬਣ ਗਈਆਂ ਹਨ। ਸਭ ਭਾਸ਼ਾਵਾਂ ਦੀ ਇੱਕ ਖਾਸ ਤਰ੍ਹਾਂ ਦੀ ਸਰਵ ਵਿਆਪੀ ਅਤੇ ਸਾਂਝੀ ਵਿਆਕਰਨ ਹੁੰਦੀ ਹੈ ਅਤੇ ਇਸੇ ਕਾਰਨ ਕੋਈ ਵੀ ਬੱਚਾ ਉਹ ਭਾਸ਼ਾ ਸਿੱਖ ਸਕਦਾ ਹੈ ਜੋ ਬਚਪਨ ਵਿੱਚ ਉਸ ਦੇ ਕੰਨਾਂ ਵਿੱਚ ਪਵੇ। ਉਦਾਹਰਨ ਦੇ ਤੌਰ 'ਤੇ ਜੇ ਇੱਕ ਖੇਤਰ ਦੇ ਬੱਚੇ ਨੂੰ ਦੂਸਰੇ ਖੇਤਰ ਦੇ ਲੋਕਾਂ ਵਿੱਚ ਪਾਲਿਆ ਜਾਵੇ ਤਾਂ ਉਹ ਦੂਸਰੇ ਖੇਤਰ ਦੀ ਭਾਸ਼ਾ ਸਿੱਖੇਗਾ। ਡੰਡੀ ਚੌਮਸਕੀ ਦਾ ਕਹਿਣਾ ਸੀ ਕਿ ਹਰ ਭਾਸ਼ਾ ਵਿੱਚ ਕੁਝ ਡੂੰਘੀਆਂ ਬਣਤਰਾਂ ਡੀਪ ਸਟਰਕਚਰਜ਼ ਹੁੰਦੇ ਹਨ ਅਤੇ ਕੁਝ ਸਤਹੀ ਸਰਫੇਸ ਸਟਰਕਚਰਜ਼। ਚੌਮਸਕੀ ਦੇ ਸਿਧਾਂਤ ਭਾਸ਼ਾ, ਹਿਸਾਬ, ਅਲਜਬਰੇ ਅਤੇ ਕੰਪਿਊਟਰ ਵਿਗਿਆਨ ਨਾਲ ਮਿਲ ਕੇ ਅਦਭੁਤ ਸੰਸਾਰ ਬਣਾਉਂਦੇ ਹਨ ਅਤੇ ਉਹਨਾਂ ਦੇ ਸਿਧਾਂਤਾਂ ਨੇ ਕੰਪਿਊਟਰ ਦੀਆਂ ਭਾਸ਼ਾਵਾਂ ਬਣਾਉਣ ਵਿੱਚ ਵੱਡੀ ਸਹਾਇਤਾ ਕੀਤੀ, ਜਿਸ ਕਰਕੇ ਉਸ ਦੇ ਵਿਆਕਰਨਾਂ ਦੀ ਦਰਜਾਬੰਦੀ ਅਤੇ ਸਿਧਾਂਤ ਨੇ ਡੰਡੀ 1928 ਵਿੱਚ ਜੰਮਿਆ ਚੌਮਸਕੀ ਉਸ ਸਮੇਂ ਜਵਾਨ ਹੋਇਆ ਜਦ ਅਮਰੀਕਾ, ਕੋਰੀਆ, ਵੀਅਤਨਾਮ ਅਤੇ ਹੋਰ ਦੇਸ਼ਾਂ ਵਿੱਚ ਜੰਗਾਂ ਵਿੱਚ ਉਲਝਿਆ ਹੋਇਆ ਸੀ ਅਤੇ ਤਾਨਾਸ਼ਾਹ ਹਕੂਮਤਾਂ ਦੀ ਹਮਾਇਤ ਕਰ ਰਿਹਾ ਸੀ। ਡੰਡੀ ਵੀਅਤਨਾਮ ਵਿੱਚ ਅਮਰੀਕਨ ਫੌਜਾਂ ਦੇ ਜ਼ੁਲਮਾਂ ਅਤੇ ਅਮਰੀਕਨ ਨੌਜਵਾਨਾਂ ਦੀਆਂ ਮੌਤਾਂ ਨੇ ਅਮਰੀਕਾ ਵਿੱਚ ਆਪਣੀ ਹਕੂਮਤ ਦੇ ਵਿਰੁੱਧ ਵਿਦਰੋਹ ਪੈਦਾ ਕੀਤਾ। ਡੰਡੀ ਵਿਦਿਆਰਥੀ, ਨੌਜਵਾਨ, ਚਿੰਤਕ, ਸਮਾਜਿਕ ਕਾਰਕੁਨ, ਕਲਾਕਾਰ, ਲੇਖਕ ਸਭ ਇਸ ਵਿਦਰੋਹ ਵਿੱਚ ਹਿੱਸਾ ਲੈ ਰਹੇ ਸਨ। ਡੰਡੀ ਚੌਮਸਕੀ ਨੇ ਇਹਨਾਂ ਅੰਦੋਲਨਾਂ ਵਿੱਚ ਹਿੱਸਾ ਲਿਆ ਅਤੇ 1967 ਵਿੱਚ ਮਸ਼ਹੂਰ ਲੇਖ ਬੁੱਧੀਜੀਵੀਆਂ ਦੀ ਜ਼ਿੰਮੇਵਾਰੀ ਦਾ ਰਿਸਪੌਂਸਿਬਿਲਟੀ ਆਫ ਇੰਟਲੈਕਚੁਅਲ ਲਿਖਿਆ। ਇਸ ਲੇਖ ਦੀ ਬੁਨਿਆਦੀ ਮੁੱਦਾ ਇਹ ਸੀ ਕਿ ਜੇਕਰ ਅਮਰੀਕਨ ਹਕੂਮਤ ਵੀਅਤਨਾਮ ਵਿੱਚ ਜ਼ੁਲਮ ਕਰ ਰਹੀ ਹੈ ਤਾਂ ਇਸ ਬਾਰੇ ਅਮਰੀਕਨ ਲੋਕਾਂ ਦੀ ਕੀ ਜ਼ਿੰਮੇਵਾਰੀ ਹੈ। ਡੰਡੀ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਅਨੁਸਾਰ ਅਮਰੀਕਨ ਲੋਕਾਂ ਨੂੰ ਅਮਰੀਕਨ ਫੌਜ ਜਿਹੜੀ ਵੀਅਤਨਾਮ ਵਿੱਚ ਅਮਰੀਕਾ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਲੜ ਅਤੇ ਕੁਰਬਾਨੀਆਂ ਦੇ ਰਹੀ ਸੀ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਰਕਾਰੀ ਬਿਰਤਾਂਤ ਬਿਆਨੀਏ ਕਿ ਵੀਅਤਨਾਮ ਅਤੇ ਹੋਰ ਦੇਸ਼ਾਂ ਵਿੱਚ ਸਾਮਵਾਦ, ਸਮਾਜਵਾਦ, ਕਮਿਊਨਿਜ਼ਮ ਦਾ ਫੈਸਲਾ ਅਮਰੀਕਾ ਅਤੇ ਸਾਰੀ ਦੁਨੀਆ ਦੀ ਜਮਹੂਰੀਅਤ ਲਈ ਖਤਰਾ ਹੈ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਡੰਡੀ ਦੂਸਰੇ ਪਾਸੇ ਸਵਾਲ ਮਨੁੱਖਤਾ ਦੇ ਦ੍ਰਿਸ਼ਟੀਕੋਣ ਤੋਂ ਸਨ ਕਿ ਕੀ ਇਹ ਜੰਗ ਸਹੀ ਹੈ, ਕਿ ਇਹ ਸੱਚਮੁੱਚ ਜਮਹੂਰੀਅਤ ਅਤੇ ਅਮਰੀਕਾ ਦੀ ਰਾਖੀ ਲਈ ਲੜੀ ਜਾ ਰਹੀ ਹੈ। ਪ੍ਰਸ਼ਨ ਚਿੰਨ੍ਹ ਕਿ ਇਹ ਜੰਗ ਅਣਮਨੁੱਖੀ ਨਹੀਂ ਹੈ। ਪ੍ਰਸ਼ਨ ਚਿੰਨ੍ਹ ਉਸ ਸਮੇਂ ਲੋਕਾਂ ਦੇ ਮਨਾਂ ਵਿੱਚ ਦੂਸਰੀ ਆਲਮੀ ਜੰਗ ਦੌਰਾਨ ਨਾਜ਼ੀਆਂ ਵੱਲੋਂ ਯਹੂਦੀਆਂ 'ਤੇ ਕੀਤੇ ਗਏ ਅਕੈ ਜ਼ੁਲਮਾਂ ਅਤੇ ਜਬਰ ਬਾਰੇ ਇਹ ਸਵਾਲ ਵੀ ਉੱਭਰ ਰਿਹਾ ਸੀ ਕਿ ਉਹਨਾਂ ਜ਼ੁਲਮਾਂ ਲਈ ਹਿਟਲਰ ਅਤੇ ਨਾਜ਼ੀਆਂ ਦੇ ਨਾਲ ਜਰਮਨੀ ਦੇ ਲੋਕ ਵੀ ਜ਼ਿੰਮੇਵਾਰ ਸਨ। ਡੰਡੀ ਚੌਮਸਕੀ ਦਾ ਕਹਿਣਾ ਸੀ ਕਿ ਬੁੱਧੀਜੀਵੀਆਂ ਅਤੇ ਹੋਰਨਾਂ ਨੂੰ ਸੱਚ ਦਾ ਸਾਥ ਦੇਣਾ ਅਤੇ ਸਰਕਾਰਾਂ ਦੇ ਝੂਠ ਨੂੰ ਨੰਗਿਆ ਕਰਨਾ ਚਾਹੀਦਾ ਹੈ। ਡੰਡੀ ਅੰਦੋਲਨ ਵਿੱਚ ਹਿੱਸਾ
ਲੈਣ ਕਾਰਨ ਉਹ ਕਈ ਵਾਰ ਗ੍ਰਿਫਤਾਰ ਹੋਇਆ। ਰਿਚਰਡ ਨਿਕਸਨ ਦੇ ਸਹਿਯੋਗੀਆਂ ਚਾਰਲਸ ਕੈਲਸਨ ਅਤੇ ਜਾਰਜ ਬੈਲ ਨੇ ਨਿਕਸਨ ਦੇ ਦੁਸ਼ਮਣਾਂ ਦੀਆਂ ਦੋ ਸੂਚੀਆਂ ਬਣਾਈਆਂ ਸਨ, ਛੋਟੀ ਸੂਚੀ ਤੇ ਵੱਡੀ ਸੂਚੀ ਡੰਡੀ। ਚੋਮਸਕੀ ਦਾ ਨਾਂ ਵੱਡੀ ਸੂਚੀ ਵਿੱਚ ਸ਼ਾਮਲ ਸੀ। ਡੰਡੀ ਇੱਥੇ ਇਹ ਗੱਲ ਵੀ ਸਪਸ਼ਟ ਕਰਨੀ ਬਣਦੀ ਹੈ ਕਿ ਚੋਮਸਕੀ ਦੀ ਉਦਾਹਰਣ ਦੱਸਦੀ ਹੈ ਕਿ ਆਪਣੀ ਹਕੂਮਤ ਦੀਆਂ ਗਲਤ ਕਾਰਵਾਈਆਂ ਦੇ ਆਲੋਚਕ ਅਤੇ ਆਪਣੇ ਰਾਜ ਮੁਖੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਵਿਰੋਧੀ ਹੋਣ ਕਾਰਨ ਕੋਈ ਦੇਸ਼ ਵਿਰੋਧੀ ਜਾਂ ਦੇਸ਼ ਧਰੋਹੀ ਨਹੀਂ ਹੋ ਜਾਂਦਾ। ਡੰਡੀ ਚੋਮਸਕੀ ਅਮਰੀਕਨ ਅਤੇ ਹੋਰ ਸਰਕਾਰਾਂ ਦੀਆਂ ਤਾਨਾਸ਼ਾਹੀ ਕਾਰਵਾਈਆਂ, ਕਾਰਪੋਰੇਟ ਅਦਾਰਿਆਂ ਦੀ ਲੁੱਟ, ਸਰਕਾਰਾਂ ਤੇ ਮੀਡੀਆ ਦੀ ਮਿਲੀਭੁਗਤ ਅਤੇ ਹੋਰ ਲੋਕ ਵਿਰੋਧੀ ਕਦਮਾਂ ਦਾ ਵਿਰੋਧ ਕਰਦਾ ਰਿਹਾ। ਡੰਡੀ 1973 ਵਿੱਚ ਉਸ ਦੀ ਆਪਣੇ ਦੋਸਤ ਸਾਥੀ ਐਡਵਰਡ ਹਰਮਨ ਨਾਲ ਮਿਲ ਕੇ ਲਿਖੀ ਕਿਤਾਬ ਇਨਕਲਾਬ ਵਿਰੋਧੀ ਪ੍ਰਤੀਕਿਰਿਆਵਾਦੀ ਹਿੰਸਾ, ਕਾਊਂਟਰ ਰਿਵੋਲੂਸ਼ਨਰੀ ਵਾਇਲੈਂਸ, ਬਲੱਡ ਬਾਥ ਇਨ ਫੈਕਟਸ ਐਂਡ ਪ੍ਰੋਪਾਗੈਂਡਾ ਨੂੰ ਪ੍ਰਕਾਸ਼ਿਤ ਕਰਨ ਵਾਲੀ ਕੰਪਨੀ ਵਾਰਨਰ ਮੋਡੂਲਰ ਪਬਲੀਕੇਸ਼ਨ ਦੇ ਮੁੱਖ ਮਾਲਕ ਅਤੇ ਵਾਰਨਰ ਕਮਿਊਨੀਕੇਸ਼ਨਜ਼ ਦੇ ਮੁਖੀ ਡੇਵਿਡ ਸਾਈਨੋਡ ਨੇ ਖੁਦ ਹੀ ਜ਼ਬਤ ਕਰ ਲਿਆ। ਡੰਡੀ ਲਗਭਗ 20,000 ਕਾਪੀਆਂ ਸਾੜ ਦਿੱਤੀਆਂ ਅਤੇ ਪ੍ਰਕਾਸ਼ਨ ਕਰਨ ਵਾਲੀ ਉਪ ਕੰਪਨੀ ਬੰਦ ਕਰ ਦਿੱਤੀ। ਡੰਡੀ ਇਹ ਕਿਤਾਬ ਬਾਅਦ ਵਿੱਚ 1979 ਵਿੱਚ ਪ੍ਰਕਾਸ਼ਿਤ ਹੋਣ ਵਾਲੀ ਵੱਡੀ ਕਿਤਾਬ ਮਨੁੱਖੀ ਅਧਿਕਾਰਾਂ ਦੀ ਆਰਥਿਕਤਾ ਦਾ ਪੋਲੀਟੀਕਲ ਇਕੋਨਮੀ ਆਫ ਹਿਊਮਨ ਰਾਈਟਸ ਦਾ ਆਧਾਰ ਬਣੀ। ਡੰਡੀ ਚੋਮਸਕੀ ਦੇ ਸਰਕਾਰਾਂ ਅਤੇ ਖਾਸ ਕਰਕੇ ਅਮਰੀਕਨ ਸਰਕਾਰਾਂ ਦੇ ਲਗਾਤਾਰ ਵਿਰੋਧ ਅਤੇ ਲਿਖਤਾਂ ਦੀ ਕਹਾਣੀ ਇੱਕ ਲੇਖ ਵਿੱਚ ਦੱਸਣੀ ਮੁਸ਼ਕਲ ਹੈ। ਉਦਾਹਰਨ ਦੇ ਤੌਰ 'ਤੇ ਨਿਕਾਰਾਗੁਆ ਅਤੇ ਇਨਕਲਾਬੀਆਂ ਦੀ ਹਮਾਇਤ, ਈਰਾਨ ਯੁੱਧ ਦਾ ਵਿਰੋਧ ਆਦਿ। ਪਰ ਉਸ ਦੀ ਐਡਵਰਡ ਹਰਮਨ ਨਾਲ ਮਿਲ ਕੇ ਲਿਖੀ ਕਿਤਾਬ ਮੈਨੂਫੈਕਚਰਿੰਗ ਕੰਸੈਂਟ ਤਮੀਰ ਏ ਰਜ਼ਾਮੰਦੀ ਸਹਿਮਤੀ ਦਾ ਉਤਪਾਦਨ ਦਾ ਜ਼ਿਕਰ ਕਰਨਾ ਬਣਦਾ ਹੈ, ਜਿਸ ਵਿੱਚ ਲੇਖਕਾਂ ਨੇ ਦੱਸਿਆ ਕਿ ਕਿਵੇਂ ਸਰਕਾਰਾਂ ਅਤੇ ਕਾਰਪੋਰੇਟ ਅਦਾਰੇ ਮੀਡੀਆ ਇਸ਼ਤਿਹਾਰਬਾਜ਼ੀ ਅਤੇ ਆਪਣੇ ਆਪ ਨੂੰ ਖੁਦਮੁਖਤਿਆਰ ਅਖਵਾਉਣ ਵਾਲੇ ਪਰ ਅਸਲ ਵਿੱਚ ਲੁਕਵੇਂ ਰੂਪ ਵਿੱਚ ਸਰਕਾਰੀ ਪ੍ਰਚਾਰ ਅਤੇ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਨ ਵਾਲੇ ਗਰੁੱਪਾਂ, ਵਿਚਾਰ ਮੰਚਾਂ, ਥਿੰਕ ਟੈਂਕਸ ਰਾਹੀਂ ਲੋਕਾਂ 'ਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਸਰਕਾਰੀ ਨੀਤੀਆਂ ਨਾਲ ਇਉਂ ਸਹਿਮਤ ਕਰਵਾ ਲੈਂਦੇ ਹਨ ਜਿਵੇਂ ਉਹ ਆਪਣੀ ਮਰਜ਼ੀ ਨਾਲ ਉਹਨਾਂ ਨੀਤੀਆਂ ਨਾਲ ਸਹਿਮਤ ਹੋ ਰਹੇ ਹਨ। ਡੰਡੀ ਲੇਖਕ ਉਦਾਹਰਨਾਂ ਦਿੰਦੇ ਹਨ ਕਿ ਕਮਿਊਨਿਸਟਾਂ ਅਤੇ ਦਹਿਸ਼ਤਗਰਦਾਂ ਵਿਰੁੱਧ ਲੜਨ ਦੀਆਂ ਦਲੀਲਾਂ ਦੇ ਕੇ ਦੂਸਰੇ ਦੇਸ਼ਾਂ ਵਿੱਚ ਅਮਰੀਕਾ ਦੁਆਰਾ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਸਹੀ ਠਹਿਰਾਇਆ ਜਾਂਦਾ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਕੀਤੇ ਪ੍ਰਚਾਰ ਕਾਰਨ ਲੋਕ ਸਰਕਾਰ ਦੀਆਂ ਨੀਤੀਆਂ ਬਾਰੇ ਇਉਂ ਸੋਚਣ ਲੱਗ ਪੈਂਦੇ ਹਨ ਜਿਵੇਂ ਉਹ ਉਹਨਾਂ ਦੀ ਪ੍ਰਭਾਵਿਤ ਹੋਈ ਸੋਚ ਉਹਨਾਂ ਦੀ ਮੌਲਿਕ ਸੋਚ ਹੋਵੇ। ਡੰਡੀ